ऐसी लाल तुझ बिन कौन करे। गरीब निवाज गुसैया मेरा माथे छतर तरै। ऐसी लाल तुझ बिन कौन करे। गरीब निवाज गुसैया मेरा माथे छतर तरै। जाकी छोत जगत को लागे तां प्रभ तू ही ठहरे। नीचों ऊंच करे मेरा गोबिंद काहू ते ना डरे। नाम देव कबीर त्रिलोचन सदना सैन तरै। कह रविदास सुनो रे संतो हर जियो ते सबै सरै। ऐसी लाल तुझ बिन कौन करे। गरीब निवाज गुसैया मेरा माथे छतर तरै। राजा ना राज पाना ना पान देवा ना देव उपमा महान। चवर छतर तख्त दे मालक जुगो जुग अटल। आद श्री गुरु ग्रंथ साहिब जीओ महाराज जी दे पावन चरण कमलां अंदर सुभाएमान गुरु साध संगत जीओ आओ। सुरत टिकाइए गुरुदेव दे चरनां दे अंदर। सतगुरु गुरु तेग बहादुर साहिब जी महाराज आप ही वरतो। अपने बचनां दी विचार आप ही करवा लो। करो कृपा गुरु साध संगत जीओ। गुरु बख्शी फतेह प्रवान करो जी। वाहिगुरु जी का खालसा वाहिगुरु जी की फतेह। धन धन श्री गुरु गोबिंद सिंह जीओ महाराज जो अरदास दी विचार पिछले लंबे समय तो आपां लैके चले हाँ। इन्हां सारियां ही पातशाहियां दी जो पिछे विचार करी है जो साखियां सन वो सारियां ही आपां संखेप संखेप मात्रा अर्ज कीतियां सन। क्योंकि व्याख्या केवल आपां अरदास दी कर रहे हाँ। इस दे विच छोटियां संखेप मात्रा साखी अर्ज करके जो बचन समझ पै जाए इन्ना को ज़्यादा जरूरी है। गुरु तेग बहादुर साहिब जी महाराज कल तक जो गुरु दे बचन विचारे सन सुभाएमान बाबा बकाला दे स्थान ते उही समा आ गया। उधरों हरकृष्ण साहिब जी महाराज ने बचन कर दिते सी। बाबा बसे ग्राम बकाले बन गुर संगत सकल संभाले। कल जन्म दी विआह दी थोड़ी जी होर मात्र अर्ज करी सी। हुण समा ध्यान दिओ उही आ गया। दिल्ली दे विच संगतां दे दुख तकलीफां नूं हरदे होए हरकृष्ण साहिब जी महाराज बाबा बकाले दा बचन करदे होए प्रभपुर पयाना कर गए ने।
ਇਧਰੋਂ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਬਾ ਬਕਾਲਾ ਦੇ ਸਥਾਨ ਤੇ ਵਿਰਾਜਮਾਨ ਨੇ। ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਬਚਨ ਸੀ ਗੁਰੂ ਤੇਗ ਬਹਾਦਰ ਸਾਹਿਬ, ਪਰ ਨਾਮ ਨਹੀਂ ਲਿਆ ਕਿਉਂਕਿ ਵਡੇਰਿਆਂ ਦੀ ਜਗ੍ਹਾ ਤੇ ਲੱਗਦੇ ਨੇ। ਜਦੋਂ ਇਹਨਾਂ ਗੱਲਾਂ ਦਾ ਪਤਾ ਲੱਗਿਆ ਮੀਣਿਆਂ ਨੂੰ, ਪ੍ਰਿਥੀ ਚੰਦ ਦੇ ਇਹਦੇ ਅੱਗੇ ਬੱਚਿਆਂ ਨੂੰ ਪਤਾ ਲੱਗਿਆ, ਮਸੰਦਾਂ ਨੂੰ, ਧੀਰ ਮਲੀਆਂ ਨੂੰ, ਰਾਮ ਰਾਈਆਂ ਨੂੰ, ਆਪਾਂ ਸਾਰਿਆਂ ਦੀ ਵਿਚਾਰ ਕਰ ਆਏ ਹਾਂ। ਇਹਨਾਂ ਨੂੰ ਜਦੋਂ ਪਤਾ ਲੱਗਿਆ, ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਬਚਨ ਕਰ ਦਿੱਤੇ, ਬਾਬਾ ਬੱਸੇ ਗ੍ਰਾਮ ਬਕਾਲੇ ਵੀ ਬਾਬੇ ਦਾ ਨਾਂ ਤਾਂ ਲਿਆ ਹੀ ਨਹੀਂ। ਇਸ ਕਰਕੇ ਹੁਣ ਆਪਾਂ ਐਂ ਕਰਦੇ ਹਾਂ, ਹੁਣ ਇੱਕ ਤੋਂ ਇੱਕ ਦਾਅਵੇਦਾਰ ਬਾਬੇ ਬਕਾਲੇ ਦੇ ਜਗ੍ਹਾ ਤੇ ਜਿੰਨੇ ਵੀ ਆ ਮਸੰਦ, ਮੀਣੇ, ਰਾਮ ਰਾਈਏ, ਧੀਰ ਮਲੀਏ, ਬਾਬੇ ਬਕਾਲੇ ਤੇ ਸਥਾਨ ਤੇ ਪਹੁੰਚ ਕੇ ਆਪੋ ਆਪਣੀ ਜਾਣੋ ਇਹਨਾਂ ਨੇ ਦੁਕਾਨਾਂ ਲਾ ਲਈਆਂ, ਆਪੋ ਆਪਣੀ ਮੰਜੀਆਂ ਡਾ ਲਈਆਂ। ਵਿਦਵਾਨ ਜਨ ਕਹਿੰਦੇ ਨੇ 22 ਮੰਜੀਆਂ ਡਾ ਲਈਆਂ। ਇਧਰੋਂ 22 ਮੰਜੀਆਂ ਡਾਈਆਂ, ਸੰਗਤ ਵਿੱਚ ਆਪੋ ਧਾਪੀ ਪੈ ਗਈ ਹੈ ਵੀ ਗੁਰੂ ਨਾਨਕ ਸਾਹਿਬ ਦੀ ਜੋਤ ਇੱਕ ਅੰਦਰ ਟਿਕਦੀ ਹੁੰਦੀ ਹੈ ਤੇ ਇੱਥੇ ਇੰਨੇ ਗੁਰੂ ਬਣੇ ਬੈਠੇ ਨੇ। ਕਿਉਂਕਿ ਜਿਹੜੇ ਆ ਫਰੇਬੀ ਸਨ ਸਾਰੇ ਨਾਮ ਲਿਆ ਨਹੀਂ ਸੀ। ਇਹਨਾਂ ਨੇ ਸੋਚਿਆ ਵੀ ਸਾਨੂੰ ਕਿਤੇ ਤਖਤ ਦਾ ਮਾਲਕ ਆਪ ਹੀ ਬਣਨਾ ਪਏਗਾ, ਨਾਮ ਲਿਆ ਨਹੀਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਹਰ ਆਏ ਨਹੀਂ ਸਨ। ਇਸ ਮੌਕੇ ਦੇ ਦਰਮਿਆਨ ਹੀ ਆਹੀ ਸਮਾਂ ਮੱਖਣ ਸ਼ਾਹ ਲਬਾਣਾ ਜਿਹਦਾ ਬੇੜਾ ਦਲਦਲ ਅੰਦਰ ਫਸ ਗਿਆ ਸੀ ਸੂਰਤ ਦੀ ਬੰਦਰਗਾਹ ਤੇ। ਆ ਮੱਖਣ ਸ਼ਾਹ ਲਬਾਣੇ ਦਾ ਜਿੰਨਾ ਸਾਰਾ ਪ੍ਰਸੰਗ ਸੀ ਆਪਾਂ ਪਿਛਲੇ ਦਿਨਾਂ ਅੰਦਰ ਇਸ ਦੀ ਵਿਚਾਰ 7-8 ਦਿਨ ਲਗਾਤਾਰ ਕਰੀ ਹੈ। ਸੋ ਇਸ ਸਮੇਂ ਆਪਾਂ ਸੰਖੇਪ ਮਾਤਰ ਸਾਖੀ ਨੂੰ ਲੈ ਕੇ ਜਾਵਾਂਗੇ। ਇਧਰੋਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਰਾਜਮਾਨ ਨੇ ਬਾਬਾ ਬਕਾਲਾ ਦੇ ਸਥਾਨ ਤੇ ਜਦੋਂ ਕਿਸੇ ਨੇ ਆ ਕੇ ਪੁੱਛਿਆ ਗੁਰੂ ਤੇਗ ਬਹਾਦਰ ਜੀ ਬਾਹਰ ਮਸੰਦ ਨੇ ਹਰੇਕ ਦੇ, ਉਹ ਲੋਕਾਂ ਨੂੰ ਪਕੜ ਕੇ ਲਿਆਉਂਦੇ ਨੇ ਵੀ ਸਾਡਾ ਗੁਰੂ ਰਹਿਮਤਾਂ ਵਾਲਾ ਹੈ, ਸਾਡਾ ਉਹ ਗੁਰੂ ਅਜ਼ਮਤਾਂ ਵਾਲਾ ਹੈ। ਸੰਗਤਾਂ ਨੂੰ ਫੜ ਕੇ ਲਿਆਉਂਦੇ ਆਪਣੇ ਗੁਰੂ ਕੋਲ, ਕਿਉਂਕਿ ਜਿਵੇਂ ਮੌਕੇ ਦੇ ਏਜੰਟ ਰੱਖੇ ਹੁੰਦੇ ਨੇ ਉਹੀ ਹਾਲ ਹੋ ਗਿਆ ਸੀ। ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਕਿ ਨਹੀਂ, ਉਹ ਮੇਰਾ ਪਰਮਾਤਮਾ ਗਰੀਬ ਨਿਵਾਜ ਹੈ, ਸਬਰ ਕਰੋ, ਉਹਨੇ ਜਿਸ ਨੂੰ ਵਡਿਆਈਆਂ ਦੇਣੀਆਂ ਨੇ ਦੇਈ ਦੇਣੀਆਂ ਨੇ। ਤੇ ਸੰਗਤਾਂ ਵਿੱਚ ਆਪੋ ਦਾ ਪਿਆ ਸੀ ਵੀ ਕਦੇ ਵੀ ਗੁਰੂ ਨਾਨਕ ਦਾ ਘਰ ਮੰਗਣ ਲਈ ਨਹੀਂ ਆਇਆ। ਅੱਜ ਆ ਜਿਹੜੇ ਮਸੰਦ, ਮੀਣੇ, ਰਾਮ ਰਾਈਏ, ਧੀਰ ਮਲੀਏ ਨੇ, ਆ ਸਾਰੇ ਅੱਗੋਂ ਸੰਗਤਾਂ ਨੂੰ ਪਕੜ ਕੇ ਤੇ ਮਸੰਦਾਂ ਅੱਗੇ ਮੱਥਾ ਪੈ ਟਿਕਾਉਂਦੇ ਨੇ। ਇਧਰੋਂ ਹੁਣ ਜਦੋਂ ਇਸ ਦਾ ਬੇੜਾ ਫਸਦਾ ਹੈ, ਮੱਖਣ ਸ਼ਾਹ ਦਾ ਬੇੜਾ ਫਸਿਆ ਤੇ ਜਿਹੜੇ ਨਾਲ ਸਨ ਬੇੜੇ ਨੂੰ ਚਲਾਉਣ ਵਾਲੇ, ਉਹਨਾਂ ਨੂੰ ਪੁੱਛਿਆ ਵੀ ਹੁਣ ਕੀਤਾ ਕੀ ਜਾਏ। ਉਹਨਾਂ ਕਿਹਾ ਵੀ ਹੁਣ ਕੁਝ ਇਲਾਜ ਨਹੀਂ, ਸਾਡਾ ਵੱਸ ਨਹੀਂ ਚੱਲਦਾ, ਹੁਣ ਕੇਵਲ ਇੱਥੇ ਰੱਬ ਹੀ ਬਚਾ ਸਕਦਾ ਹੈ, ਰੱਬ ਤੋਂ ਬਿਨਾਂ ਹੋਰ ਕੋਈ ਨਹੀਂ। ਤੇ ਮੱਖਣ ਸ਼ਾਹ ਨੇ ਕਰ ਇਕਾਗਰ ਚਿਤ ਜਪ ਕੋ ਪੜਾ, 5 ਇਸ਼ਨਾਨਾ ਕਰਕੇ ਗਲ 'ਚ ਪਾ ਕੇ ਪੱਲਾ ਮੱਖਣ ਸ਼ਾਹ ਲਬਾਣੇ ਨੇ ਬੇਨਤੀ ਕੀਤੀ। ਪਹਿਲਾਂ ਜਪਜੀ ਸਾਹਿਬ ਜੀ ਦਾ ਪਾਠ ਕੀਤਾ, ਬੇਨਤੀ ਕਰਦਿਆਂ ਹੋਇਆ ਕਿਹਾ ਗੁਰੂ ਨਾਨਕ ਦੀ ਜੋਤ ਕਰ ਕਿਰਪਾ, ਤੇਰੇ ਸਿੱਖ ਦਾ ਬੇੜਾ ਡੁੱਬਿਆ ਜਾ ਰਿਹਾ ਹੈ, ਤੂੰ ਸੰਸਾਰ ਦਾ ਬੇੜਾ ਵੀ ਤਾਰਦਾ ਹੈ ਤੇ ਪਰਲੋਕ ਦਾ। ਅੱਜ ਇੱਥੇ ਮੇਰਾ ਬੇੜਾ ਡੁੱਬ ਰਿਹਾ ਹੈ, ਕਿਰਪਾ ਕਰਕੇ ਮੇਰੇ ਬੇੜੇ ਨੂੰ ਸਹਾਰਾ ਲਾ ਕੇ ਬੰਨੇ ਲਾ ਦੇ। ਇਧਰੋਂ ਇਸ ਦਾ ਬੇੜਾ ਬੰਨੇ ਲੱਗ ਗਿਆ। ਧਿਆਨ ਦਿਓ, ਸਾਖੀ ਅਰਜ ਮਾਤਰ ਕਰਨ ਲਈ ਅਰਦਾਸ ਦੀ ਵਿਆਖਿਆ ਹੈ, ਭੁੱਲਣਾ ਨਹੀਂ। ਜਦੋਂ ਆਏ ਕੁਝ ਇੱਕ ਵਿਦਵਾਨ ਜਨ ਕਹਿੰਦੇ ਸੁਖਣਾ ਸੁਖੀ, ਪਰ ਇਸ ਕੋਲ ਮਾਇਆ ਧਨ ਦੌਲਤ ਦੀ ਕੋਈ ਕਮੀ ਨਹੀਂ ਸੀ, ਕਿਉਂਕਿ ਮੁਗਲਾਂ ਦਾ ਰਸਤ ਢੋਂਦਾ ਹੁੰਦਾ ਸੀ, ਬਹੁਤ ਧਨਾੜ ਸੀ ਮੱਖਣ ਸ਼ਾਹ। ਜਦੋਂ ਆ ਦਿੱਲੀ ਆਪਣੇ ਪਰਿਵਾਰ ਨੂੰ ਲੈ ਕੇ ਪਹੁੰਚਿਆ
ਤੇ ਪਤਾ ਲੱਗਿਆ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਪ੍ਰਭਪੁਰ ਪਿਆਨਾ ਕਰ ਗਏ ਨੇ ਅਤੇ ਬਚਨ ਉਹਨਾਂ ਕੀਤਾ ਹੈ ਬਾਬਾ ਬਸੇ ਗ੍ਰਾਮ ਬਕਾਲੇ। ਫਿਰ ਮੱਖਣ ਸ਼ਾਹ ਬਕਾਲੇ ਆ ਗਿਆ। ਇਹਨੇ ਤੱਕਿਆ ਕਿ ਆ ਕੇ ਇੰਨੇ ਗੁਰੂ ਬਣੇ ਬੈਠੇ ਨੇ, 22 ਮੰਜੀਆਂ ਡਾਈਆਂ ਹੋਈਆਂ ਨੇ, ਹਰੇਕ ਆਪੋ ਆਪ ਨੂੰ ਗੁਰੂ ਅਖਵਾਉਂਦਾ ਪਿਆ ਹੈ। ਮੱਖਣ ਸ਼ਾਹ ਜੇ ਮਨ ਚਾਹੀ ਕੀਤਾ ਕੀ ਜਾਏ, ਕਿਸੇ ਅੱਗੇ 2 ਮੋਹਰਾਂ, ਕਿਸੇ ਅੱਗੇ 5 ਮੋਹਰਾਂ ਰੱਖਦਾ ਹੈ। ਆਪਾਂ ਸਾਰਿਆਂ ਨੇ ਵਿਚਾਰ ਸਾਂਝੀ ਸਮਝੀ ਹੈ, ਰੱਖੀ ਗਿਆ। ਜਿਹਦੇ ਅੱਗੇ ਵੀ ਰੱਖਦਾ ਹੈ ਸਾਰੇ ਇਹਨੂੰ ਕਹਿੰਦੇ ਨੇ ਤੂੰ ਬੜਾ ਭਾਵਨਾ ਵਾਲਾ ਹੈ, ਤੂੰ ਬੜਾ ਚੰਗਾ ਹੈ, ਲੋਕ ਫੜ ਫੜ ਕੇ ਲੈ ਕੇ ਜਾਂਦੇ ਨੇ। ਜਿੰਨਾ ਪਤਾ ਲੱਗਦਾ ਮੱਖਣ ਸ਼ਾਹ ਨਾਲ ਧਨਾੜ ਬੰਦਾ ਆਇਆ, ਮਾਇਆ ਦੇਗਾ, ਅੱਗੋਂ ਫੜ ਫੜ ਕੇ ਲੈ ਕੇ ਜਾਂਦੇ ਨੇ ਅੱਗੇ ਆਪਣੇ ਗੁਰੂ ਕੋਲ। ਆਥਣ ਹੋ ਗਿਆ, ਥੱਕ ਗਿਆ, ਸਾਰਾ ਦਿਨ ਬੀਤ ਗਿਆ, ਪਰ ਮਨ ਨੂੰ ਸੰਤੁਸ਼ਟਤਾ ਸ਼ਾਂਤੀ ਨਾ ਆਈ। ਵੀ ਮੈਂ ਜਿੰਨੀ ਵਾਰੀ ਵੀ ਬਾਣੀ ਪੜ੍ਹੀ ਆ, ਮੱਖਣ ਸ਼ਾਹ ਕਹਿਣ ਲੱਗੇ, ਉਹਦੇ ਵਿੱਚ ਤਾਂ ਗੁਰੂ ਨੇ ਜਗ੍ਹਾ ਜਗ੍ਹਾ ਕਿਹਾ ਹੈ ਵੀ ਉਹ ਸਤਿਗੁਰ ਦਾਤਾ ਹੈ, ਮੰਗਤਾ ਨਹੀਂ। ਪਰ ਇੱਥੇ ਸਾਰੇ ਦੇ ਸਾਰੇ ਮੈਨੂੰ ਮੰਗਤੇ ਲੱਗਦੇ ਨੇ, ਅੱਗੋਂ ਪਕੜ ਪਕੜ ਕੇ ਲੈ ਕੇ ਜਾਂਦੇ ਨੇ, ਸਾਰੇ ਮੰਗਤੇ ਲੱਗਦੇ ਨੇ। ਸ਼ਾਮ ਹੋ ਗਈ, ਉਧਰੋਂ ਹੁਣ ਸਾਰਿਆਂ ਦੇ ਅੱਗੇ ਮੱਥੇ ਟੇਕ ਟੇਕ ਕੇ ਮਨ 'ਚ ਟਿਕਾ ਨਾ ਆਇਆ ਵੀ ਗੁਰੂ ਮੰਗਤਾ ਨਹੀਂ, ਗੁਰੂ ਤਾਂ ਦਾਤਾ ਹੈ। ਪਰ ਆ ਤਾਂ ਮੰਗਤਿਆਂ ਵਾਂਗੂ ਲਾ ਕੇ ਚੌਂਕੜੀਆਂ ਬੈਠੇ ਨੇ। ਉਧਰੋਂ ਹੁਣ ਕਿਸੇ ਤੋਂ ਪੁੱਛਿਆ, ਕਹਿਣ ਲੱਗੇ ਦੱਸੋ ਵੀ ਹੋਰ ਕੋਈ ਸੋਢੀ ਕੁਲ 'ਚੋਂ ਰਹਿ ਗਿਆ। ਤੇ ਕਿਸੇ ਨੇ ਕਿਹਾ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਹਰ ਬਹੁਤ ਘੱਟ ਨਿਕਲਦੇ ਸੀ। ਸ਼ਾਮ ਦਾ ਵੇਲਾ ਘੋੜੇ ਤੇ ਚੜ੍ਹ ਕੇ ਗੁਰੂ ਸਾਹਿਬ ਜੀ ਥੋੜ੍ਹੀ ਦੀ ਸੈਰ ਕਰਕੇ ਫਿਰ ਆ ਕੇ ਆਸਨ ਤੇ ਵਿਰਾਜਮਾਨ ਹੋ ਕੇ ਕਰਤਾਰ ਦੀ ਯਾਦ ਵਿੱਚ ਜੁੜਦੇ ਹੁੰਦੇ ਸੀ। ਤੇ ਉਹਨਾਂ ਪੁੱਛਿਆ ਵੀ ਗੁਰੂ ਬਖਸ਼ੇ, ਉੱਥੇ ਇਹਨਾਂ ਦਾ ਨਾਮ ਤੇਗਾ ਕਮਲਾ ਕਰਕੇ ਪ੍ਰਚਲਿਤ ਕਰ ਦਿੱਤਾ ਗਿਆ ਸੀ ਵੀ ਇਹ ਗੱਲ ਨਹੀਂ ਕਰਦਾ, ਬਾਤ ਨਹੀਂ ਕਰਦਾ, ਚੁੱਪ ਕਰਕੇ ਬੈਠਾ ਰਹਿੰਦਾ। ਤੇ ਮੱਖਣ ਸ਼ਾਹ ਪੁੱਛਿਆ ਦੱਸੋ, ਕਹਿਣ ਲੱਗੇ ਹੈ ਤਾਂ ਸਹੀ, ਹਰਗੋਬਿੰਦ ਰਾਏ ਸਾਹਿਬ ਜੀ ਦੇ ਛੋਟੇ ਪੁੱਤਰ ਨੇ, ਪਰ ਉਹਨਾਂ ਦਾ ਨਾਮ ਕਮਲਾ ਕਰਕੇ ਪ੍ਰਚਲਿਤ ਹੈ, ਉਹ ਬਾਹਰ ਬਹੁਤ ਘੱਟ ਨਿਕਲਦੇ ਹੈ, ਉਹ ਉਹਨਾਂ ਦਾ ਸਥਾਨ ਹੈ, ਉੱਥੇ ਚੱਲ ਜਾਓ। ਇਹਦੇ ਨਾਲ ਹੁਣ ਪੂਰਾ ਲਸ਼ਕਰ ਸੀ ਮੱਖਣ ਸ਼ਾਹ ਨਾਲ, ਕਿਉਂ ਧਨਾੜ ਬੰਦਾ ਜਦੋਂ ਵੀ ਤੁਰਦਾ ਹੈ ਲਸ਼ਕਰ ਉਹਦੇ ਨਾਲ ਆਮ ਗੱਲ ਹੈ। ਇੱਧਰੋਂ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਉਧਰੋਂ ਜਦੋਂ ਕਿਉਂਕਿ ਅੰਤਰਜਾਮੀ ਸਤਿਗੁਰ ਤੇ ਜਿਹੜੇ ਉਹਨਾਂ ਦੇ ਨਾਲ ਇੱਕ ਖਾਸ ਸਿੱਖ ਬੈਠਾ ਹੋਇਆ ਹੈ, ਮੇਨ ਸਿੱਖ, ਕਿਉਂਕਿ ਜਿੰਨੇ ਵੀ ਸਿੱਖ ਉਸ ਸਮੇਂ ਸੀ ਸਾਰਿਆਂ ਦੀ ਅਰਜ਼ ਪਿਛਲੀ ਸਾਖੀ 'ਚ ਕਰ ਦਿੱਤੀ ਸੀ। ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਇੰਜ ਕਰ ਸਿੱਖਾ, ਉਹ ਮੱਖਣ ਸ਼ਾਹ ਆਉਂਦਾ ਪਿਆ ਹੈ, ਉਹਨੂੰ ਕਹਿ ਵੀ ਸਤਿਗੁਰੂ ਨਾਨਕ ਦੇ ਦਰ ਘਰ ਤੇ ਆਉਣ ਤੇ ਪਹਿਲਾਂ ਚੱਜ ਸਿੱਖ ਲਏ ਵੀ ਆਈਦਾ ਕਿਵੇਂ ਹੈ। ਵੀ ਇਹਨੂੰ ਪਤਾ ਨਹੀਂ ਗੁਰੂ ਨਾਨਕ ਦੇ ਦਰ ਤੇ ਰੌਲਾ ਪਾਈਦੇ ਨਹੀਂ ਆਈਦਾ, ਗੁਰੂ ਨਾਨਕ ਦੇ ਦਰ ਤੇ ਨੀਵੇਂ ਹੋਇੰਦੇ ਆਈਦਾ ਹੈ। ਜੇ ਗੁਰੂ ਨਾਨਕ ਦੇ ਦਰ ਤੇ ਕਹਿਣ ਲੱਗੇ ਟਿੱਬੇ ਬਣ ਕੇ ਆਈਏ ਤੇ ਸੁੱਕੇ ਰਹਿ ਜਾਂਦੇ ਨੇ। ਅੱਗੋਂ ਸਿੱਖ ਨੇ ਆ ਕੇ ਕਿਹਾ, ਕਹਿਣ ਲੱਗੇ ਮੱਖਣ ਸ਼ਾਹ, ਸਤਿਗੁਰੂ ਨੇ ਕਿਹਾ ਹੈ ਗੁਰੂ ਨਾਨਕ ਦੇ ਦਰ ਤੇ ਇਹ ਲਸ਼ਕਰ ਨਹੀਂ ਲੈ ਕੇ ਆਈਦੇ, ਗੁਰੂ ਨਾਨਕ ਦੇ ਦਰ ਤੇ ਟਿੱਬੇ ਬਣ ਕੇ ਨਹੀਂ ਆਈਦੇ, ਸੁੱਕੇ ਰਹਿ ਜਾਂਦੇ ਨੇ। ਮਨ ਵਿੱਚ ਚਾਅ ਜਾਗ ਪਿਆ ਵੀ ਸੱਚੇ ਗੁਰੂ ਨੇ ਆਪ ਹੀ ਅੱਗੋਂ ਰੋਕ ਦਿੱਤਾ। ਮਨ ਵਿੱਚ ਇੱਕ ਰੋਸ਼ਨੀ ਜਾਗ ਪਈ ਵੀ ਵਾਕਈ ਗੁਰੂ ਮਿਲ ਗਿਆ ਹੈ। ਹੁਣ ਜਦੋਂ ਦੌੜ ਕੇ ਗਿਆ ਗੁਰੂ ਸਾਹਿਬ ਕੋਲ, ਗੁਰੂ ਸਾਹਿਬ ਕੋਲ ਜਾ ਕੇ ਆਹ ਗੱਲ ਤਿਲ ਮਾਤਰ ਵੀ ਝੂਠ ਨਹੀਂ, ਸੱਚ ਕਰ ਮੰਨਣਾ, ਕਿਉਂਕਿ ਗੁਰੂ ਅਤੇ ਪਰਮਾਤਮਾ ਸਮਰੱਥ ਨੇ। ਤੇ ਜਦੋਂ ਵਿਦਵਾਨ ਜਨ ਕਹਿੰਦੇ 2 ਮੋਹਰਾਂ ਰੱਖੀਆਂ ਜਾਂ 5 ਰੱਖੀਆਂ, ਖੜਾ ਜਦੋਂ ਹੋਣ ਲੱਗਾ ਗੁਰੂ ਸਾਹਿਬ ਨੇ ਬੁਲਾਇਆ, ਕਹਿਣ ਲੱਗੇ ਸਿੱਖਾ ਡੁੱਬਦੀ ਨਾਮ ਤੁਮ ਹਮ ਦੀਨੀ ਕੰਢੇ ਲਗਾਏ, ਕੰਧੇ ਘਾਸੀ ਮੋਹ ਲਗੇ, ਕਿਉਂ ਰਾਖਿਓ ਪੂਜਾ ਲੁਕਾਏ। ਕਈਆਂ ਨੇ ਉੱਥੇ ਧਨ ਚੁਰਾਏ। ਸਿੱਖਾ ਡੁੱਬਦੀ ਨਾਮ ਤੁਮ ਹਮ ਦੀਨੀ ਕੰਢੇ ਲਗਾਏ, ਕੰਧੇ ਘਾਸੀ ਮੋਹ ਪਰੇ। ਮੱਖਣ ਸ਼ਾਹ
ਦੇਖਤਾ ਸਹੀ ਬੇਨਤੀ ਕਰਦਾ ਸੀ। ਜਦੋਂ ਦਲਦਲ ਅੰਦਰ ਜਹਾਜ਼ ਫਸ ਗਿਆ, ਉੱਥੇ ਬੇਨਤੀ ਕੀਤੀ ਗੁਰੂ ਨਾਨਕ ਦੀ ਜੋਤ ਕਰੇ ਸਹਾਇਤਾ। ਤੇ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਦੋਂ ਚਾਦਰ ਲਾਈ ਮੋਢੇ ਤੋਂ, ਦਾਤੇ ਦੇ ਮੋਢੇ ਤੇ ਘਾਹ ਸੀ, ਕੰਦੇ ਘਾਸੀ ਮੋਹੇ ਲੱਗੇ। ਪਹਿਲਾ ਬਚਨ ਸੀ ਸਿੱਖਾ ਡੁੱਬਦੀ ਨਾਮ ਤੁਮ, ਤੇਰੀ ਨਾव ਡੁੱਬਤੀ ਸੀ, ਗੁਰੂ ਨੇ ਬੇੜੇ ਲਾ ਦਿੱਤੀ ਹੈ। ਹੁਣ ਦਸਵੰਧ ਕਿਉਂ ਲੁਕਾਉਣਾ ਪਿਆ? ਜਦੋਂ ਮੋਢੇ ਵੱਲ ਤੱਕਿਆ, ਮੱਖਣ ਸ਼ਾਹ ਪੈਰਾਂ ਵਿੱਚ ਡਿੱਗ ਪਿਆ। ਗੁਰੂ ਜੀ ਬਖਸ਼ ਲਓ, ਸਾਰੋ ਸਾਜੋ ਸਮਾਨੀ ਤੇਰਾ ਹੈ, ਬਖਸ਼ਿਸ਼ਾਂ ਸਾਰੀਆਂ ਤੇਰੀਆਂ ਨੇ, ਅੱਜ ਬਖਸ਼ ਲੈ। ਬਾਹਰ ਨਿਕਲਣ ਲੱਗਿਆ, ਸਿੱਖਾਂ ਕਿਹਾ ਵੀ ਗੁਰੂ ਸਾਹਿਬ ਨੇ ਕਿਹਾ ਪ੍ਰਗਟ ਨਹੀਂ ਕਰਨਾ, ਜੇ ਪ੍ਰਗਟ ਕਰੇਗਾ ਤਾਂ ਮੂੰਹ ਕਾਲਾ ਕਰਨਾ ਪਏਗਾ। ਕਹਿੰਦਾ ਮਨਜ਼ੂਰ ਹੈ। ਹੁਣ ਜਦੋਂ ਕਰਕੇ ਮੂੰਹ ਕਾਲਾ, ਉੱਚੀ ਜਗ੍ਹਾ ਤੇ ਖੜਿਆ ਮੱਖਣ ਸ਼ਾਹ, ਬਚਨ ਕੀਤੇ ਲਾਧੋ ਰੇ ਗੁਰੂ, ਲਾਧੋ ਰੇ ਗੁਰੂ, ਲਾਧੋ ਰੇ। ਹੁਣ ਜਦੋਂ ਇਧਰੋਂ ਪੂਰੇ ਤਰੀਕੇ ਨਾਲ ਮੱਖਣ ਸ਼ਾਹ ਨੇ ਪਾਇਆ ਰੌਲਾ ਵੀ ਪੂਰਾ ਗੁਰੂ ਲੱਭ ਗਿਆ। ਸਿੱਖੋ ਭੁੱਲੋ ਨਾ, ਆ ਜਿਹੜੀ ਮੰਜੀਆਂ ਲਾ ਲੈ ਕੇ ਬੈਠੇ ਨੇ, ਦੁਕਾਨਾਂ ਲਾ ਲਾ ਕੇ ਬੈਠੇ ਨੇ, ਸਭ ਕੂੜ ਦਾ ਝੂਠ ਦਾ ਪਸਾਰਾ ਹੈ। ਸੱਚੇ ਗੁਰੂ ਨੂੰ ਤੇਗ ਬਹਾਦਰ ਸਾਹਿਬ ਨੇ, ਉਹਨਾਂ ਨੂੰ ਤੇਗ ਬਹਾਦਰ ਸਾਹਿਬ ਨੂੰ ਪ੍ਰਗਟ ਕਰ ਦਿੱਤਾ ਹੈ ਮੱਖਣ ਸ਼ਾਹ ਨੇ। ਤੇ ਗੁਰੂਆਂ ਦੀ ਸੰਗਤਾਂ ਜਿਹੜੀਆਂ ਹੁਣ ਝੂਠਿਆਂ ਦੇ ਲੜ ਲੱਗੀਆਂ ਸੀ, ਸਾਰੀਆਂ ਇੱਥੋਂ ਚੱਲੀਆਂ, ਗੁਰੂ ਤੇਗ ਬਹਾਦਰ ਸਾਹਿਬ ਕੋਲ ਜਾਣ ਲੱਗ ਪਈ। ਹੁਣ ਜਿਹੜਾ ਧੀਰ ਮਲੀਆ ਹੈ ਤਾਂ ਗੁਰੂਆਂ ਦੇ ਪੁੱਤਰ ਹੀ। ਧੀਰ ਮਲੀਆ ਇਹਦੇ ਨਾਲ ਬੜੀ ਹੀ ਨੀਚ ਬਿਰਤੀ ਦਾ ਸੀ। ਛੀਆਂ ਮਸੰਦ, ਛੀਏ ਮਸੰਦ ਧੀਰ ਮਲੀਆ ਕਹਿੰਦਾ ਹੱਥੋਂ ਬਾਜੀ ਨਿਕਲ ਗਈ ਵੀ ਉਹ ਤੇਗਾ, ਕਿਉਂਕਿ ਰਿਸ਼ਤੇਦਾਰੀ 'ਚ ਖੂਨ ਦਾ ਰਿਸ਼ਤਾ, ਚਾਚਾ ਆਦਿਕ ਲੱਗਦੇ। ਤੇ ਜਦੋਂ ਕਿਹਾ ਧੀਰ ਮਲੀਆ ਕਹਿੰਦੇ ਛੀਏ ਹੱਥੋਂ ਬਾਜੀ ਨਿਕਲ ਗਈ। ਤੇਗ ਬਹਾਦਰ ਗੁਰੂ ਥਾਪਿਆ ਗਿਆ, ਸੰਗਤ ਵਿੱਚ ਰੋਸ਼ਨ ਹੋ ਗਿਆ। ਛੀਆਂ ਮਸੰਦ ਕਹਿਣ ਲੱਗਿਆ ਕੁਝ ਨਹੀਂ ਹੋਇਆ, ਹਜੇ ਕੁਛ ਨਹੀਂ ਵਿਗੜਿਆ। ਤੇਗ ਬਹਾਦਰ ਬਾਹਰ ਨਿਕਲੇਗਾ, ਬੰਦੂਕ ਆਪਣੇ ਕੋਲ ਹੈ, ਨਿਸ਼ਾਨਾ ਸਾਧ ਕੇ ਆਪਾਂ ਇਹਨੂੰ ਮਾਰ ਦੇਣਾ। ਇਹ ਤੋਂ ਬਾਅਦ ਦਾਅਵੇਦਾਰ ਤਾਂ ਆਪਾਂ ਹੀ ਆ, ਕਿਉਂਕਿ ਧੀਰ ਮਲੀਆ ਦਾਅਵੇਦਾਰ ਜ਼ਿਆਦਾ ਤਾਂ ਸੀ ਕਿਉਂਕਿ ਇਹਦੇ ਕੋਲੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ, ਦੂਜਾ ਗੁਰੂਆਂ ਦਾ ਪੁੱਤਰ ਸੀ, ਸੋਢੀ ਕੁਲ ਵਿੱਚੋਂ ਹੀ ਸੀ। ਤੇ ਛੀਏ ਮਸੰਦ ਨੇ ਕਿਹਾ ਆਵੇਗਾ ਬਾਹਰ, ਗੋਲੀ ਮਾਰ ਦਾਂਗੇ। ਜਦੋਂ ਗੋਲੀ ਮਾਰੀ ਉਸ ਤੋਂ ਬਾਅਦ ਆਪਣੇ ਤੋਂ ਇਲਾਵਾ ਇੱਥੇ ਕਿਹਨੇ ਖੜਨਾ ਹੈ? ਖੈਰ ਗੁਰੂ ਸਾਹਿਬ ਜਦੋਂ ਨਿਕਲੇ, ਸੰਗਤ ਨਾਲ ਹੈ, ਪ੍ਰਗਟ ਗੁਰੂ ਅਜ ਸਾਹਮਣੇ ਜਦੋਂ ਆਇਆ ਤੇ ਇਸ ਨੀਚ ਬਿਰਤੀ ਵਾਲੇ ਛੀਏ ਮਸੰਦ ਨੇ ਜਦੋਂ ਗੋਲੀ ਚਲਾਈ ਗੁਰੂ ਤੇਗ ਬਹਾਦਰ ਤੇ ਵਿੱਚ ਕਰਤਾ ਪੁਰਖ ਖਲੋਵਾ, ਵਾਲ ਨਾ ਵਿੰਗਾ ਹੋਵਾ। ਜਿਹਦੇ ਨਾਲ ਕਰਤਾ ਪੁਰਖ ਖੜਦਾ ਹੈ ਉਹਦਾ ਵਾਲ ਵਿੰਗਾ ਹੁੰਦਾ ਨਹੀਂ, ਪਰ ਜਿਹਦੇ ਅੰਦਰ ਹੀ ਗੁਰੂ ਨਾਨਕ ਦੀ ਜੋਤ, ਕਰਤੇ ਪੁਰਖ ਦੀ ਜੋਤ ਹੀ ਆਣ ਟਿਕ ਜਾਏ, ਉਹਦਾ ਵਾਲ ਕੌਣ ਵਿੰਗਾ ਕਰ ਸਕਦਾ? ਇਧਰ ਮਸੰਦ ਗੋਲੀ ਚਲਾਉਂਦਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਅੱਗੋਂ ਕਹਿੰਦੇ ਨੇ ਭਲੇ ਧੀਰ ਮਲ ਧੀਰ, ਧੀਰ ਮਲ ਭਲੇ ਧੀਰ ਮਲ ਧੀਰ। ਬਾਰ ਬਾਰ ਸਤਿਗੁਰੂ ਕਹਿਓ, ਸਤਿਗੁਰੂ ਗੁਣੀ ਗਹੀਰ। ਵਾਰ-ਵਾਰ ਕਹਿੰਦੇ ਨੇ ਭਲੇ ਧੀਰ ਮਲ, ਭਲੇ ਧੀਰ ਮਲ, ਭਲੇ ਧੀਰ ਮਲ ਧੀਰ। ਤੂੰ ਭਲਾ ਹੈ, ਤੂੰ ਭਲਾ। ਉਧਰੋਂ ਗੋਲੀ ਚਲਾਉਂਦੇ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਧੀਰ ਮਲ ਤੂੰ ਭਲਾ ਹੈ, ਰੱਬ ਤੇਰਾ ਭਲਾ ਕਰੇ। ਧੀਰ ਮਲ ਤੇਰੇ ਹਿਰਦੇ ਤੋਂ ਮਾਇਆ ਦੀ ਜਿਹੜੀ ਪਰਤ ਜੰਮ ਚੁੱਕੀ ਹੈ ਉਹਨੂੰ ਦੂਰ ਕਰੇ। ਇਹਨਾਂ ਦਾ ਹੁਣ ਵਸ ਪਿਆ ਚੱਲਿਆ ਨਾ। ਤੇ ਜਦੋਂ ਵਿਦਵਾਨ ਜਨ ਕਹਿਣ ਲੱਗੇ ਗੁਰੂ ਸਾਹਿਬ ਦੇ ਆ ਵਾਲ ਵਿੰਗਾ ਨਹੀਂ ਕਰ ਸਕੇ, ਫਿਰ ਸਮਾਂ ਜਦੋਂ ਅੱਗੇ ਆਇਆ, ਗੁਰੂ ਸਾਹਿਬ ਉੱਚੀ ਜਗ੍ਹਾ ਤੇ ਚੜ੍ਹੇ ਨੇ। ਛੀਏ ਮਸੰਦ ਨੇ ਫੇਰ ਕਿਹਾ ਪਹਿਲਾਂ ਬਚ ਗਿਆ, ਹੁਣ ਸਾਹਮਣੇ ਹੈ, ਹੁਣ ਨਿਸ਼ਾਨਾ ਸਾਧ ਦਈਏ। ਸਾਧਨ ਲੱਗੇ, ਮਾਤਾ ਨਾਨਕੀ ਦੀ ਨਿਗਾਹ ਪੈ ਗਈ। ਕਹਿੰਦੇ ਮਾਤਾ ਨਾਨਕੀ ਅੱਗੇ ਆ ਕੇ ਖਲੋ ਗਏ ਤੇ ਮਾਤਾ ਨਾਨਕੀ ਅੱਗੇ ਆ ਕੇ ਖਲੋਏ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਅੱਗੇ ਖੜੇ ਤੇ ਬੋਲਣ ਲੱਗੇ ਧੀਰ ਮਲੀਆ ਸ਼ਰਮ ਕਰ, ਇੱਕ ਤਾਂ ਵਡੇਰਿਆਂ ਦੀ ਜਗ੍ਹਾ ਹੈ ਤੇਰੀ ਰਿਸ਼ਤੇਦਾਰੀ ਦੇ ਵਿੱਚ, ਤੂੰ ਭਤੀਜ ਲੱਗਦਾ ਹੈ ਇਹਨਾਂ ਦਾ। ਦੂਜੀ ਗੱਲ ਗੁਰੂ ਨਾਨਕ ਦੀ ਜੋਤ ਇਹਨਾਂ ਵਿੱਚ ਟਿਕੀ ਹੈ। ਤੀਜੀ ਗੱਲ ਉਮਰ ਵਿੱਚ ਤੇਰੇ ਨਾਲੋਂ ਤੇਗ ਬਹਾਦਰ ਵਡੇਰਾ ਹੈ।
ਹੱਥ ਨਹੀਂ ਚੁੱਕੀਦਾ ਪੁੱਤਰ, ਤੇ ਮਾਇਆ ਦੀ ਪਰਤ ਦੇਖਦੀ ਨਹੀਂ ਵਡੇਰਾ ਜਾਂ ਛੋਟਾ, ਗੁਰੂ ਜਾਂ ਮੂਰਖ ਕੋਈ ਨਹੀਂ ਦੇਖਦਾ। ਮਾਤਾ ਨਾਨਕੀ ਅੱਗੇ ਤਾਨ ਕੇ ਖੜੇ ਹੁੰਦੇ ਨੇ, ਕਹਿਣ ਲੱਗੇ ਜੇ ਗੋਲੀ ਮਾਰੇਗਾ ਤੇ ਪਹਿਲਾਂ ਮੈਨੂੰ ਮਾਰੀ, ਫਿਰ ਮੇਰੇ ਪੁੱਤਰ ਨੂੰ। ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਮਾਂ ਪਾਸੇ ਹੋ, ਦੂਰ ਹੋ ਜਾ। ਕਹਿਣ ਲੱਗੇ ਪੁੱਤ ਉਹ ਗੋਲੀ ਦਾ ਨਿਸ਼ਾਨਾ ਸਾਧਦੇ ਨੇ। ਕਹਿਣ ਲੱਗੇ ਤੁਸੀਂ ਆਪ ਹੀ ਕਹਿੰਦੇ ਹੋ, ਸਾਡੇ ਮਹਾਂਪੁਰਖਾਂ ਨੇ ਕਿਹਾ ਹੈ, ਸਤਿਗੁਰੂ ਅਰਜਨ ਦੇਵ ਸਾਹਿਬ ਨੇ, ਕਰਤਾ ਪੁਰਖ ਖਲੋਆ ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ, ਮੱਜਨ ਗੁਰ ਆਂਦਾ ਰਾਸੇ, ਜਪ ਹਰ ਹਰ ਕਿਰਬੇ ਕਨਾਸੇ। ਤੇ ਗੁਰੂ ਸਾਹਿਬ ਜੀ ਆਪ ਮਿਹਰਬਾਨ ਨੇ ਤੇ ਕੁਝ ਨਹੀਂ ਹੋਣਾ, ਵਿਗਾੜ ਕੁਛ ਨਹੀਂ ਸਕੇ। ਮੱਖਣ ਸ਼ਾਹ ਨੂੰ ਜਾ ਕੇ ਦੱਸਿਆ ਗਿਆ, ਜਿਸ ਗੁਰੂ ਨੂੰ ਤੂੰ ਪ੍ਰਗਟ ਕੀਤਾ ਸੀ ਉਸ ਗੁਰੂ ਤੇ ਸ਼ੀਏ ਮਸੰਦ ਤੇ ਧੀਰ ਮਲੀਏ ਨੇ ਗੋਲੀ ਦਾ ਨਿਸ਼ਾਨਾ ਸਾਧਿਆ ਹੈ। ਸਿੱਖ ਕਰਨੀ ਵਾਲਾ ਸੀ, ਸਿੱਖ ਧਨਾੜ ਸੀ। ਮੱਖਣ ਸ਼ਾਹ ਲਬਾਣੇ ਵਿੱਚ ਗੁਰੂ ਪ੍ਰਤੀ ਅਤਿ ਹੀ ਪ੍ਰੇਮ ਸੀ ਜ਼ਿਆਦਾ। ਉੱਥੋਂ ਦੌੜ ਕੇ ਸਿੱਧੇ ਗੁਰੂ ਕੋਲ ਨਹੀਂ ਗਿਆ, ਧੀਰ ਮਲੀਏ ਦੇ ਡੇਰੇ 'ਚ ਗਿਆ ਸੀ, ਕਿਉਂਕਿ ਇਹਨਾਂ ਨੇ ਗੁਰੂ ਤੇ ਹਮਲਾ ਵੀ ਕੀਤਾ ਤੇ ਗੁਰੂ ਘਰ ਦਾ ਸਾਰਾ ਸਾਜੋ ਸਮਾਨ ਚੱਕ ਕੇ ਧੀਰ ਮਲੀਏ ਆਪਣੇ ਘਰ ਲੈ ਗਿਆ ਸੀ, ਆਪਣੇ ਡੇਰੇ ਲੈ ਗਿਆ। ਮੱਖਣ ਸ਼ਾਹ ਲਬਾਣਾ ਲਈ 500 ਦੀ ਫੌਜ ਨਾਲ, ਕਿਉਂਕਿ 500 ਫੌਜੀ ਇਹਦੇ ਨਾਲ ਰਹਿੰਦਾ ਹੀ ਰਹਿੰਦਾ ਸੀ। ਚੜ ਕੇ ਆ ਗਏ ਧੀਰ ਮਲੀਏ ਦੇ ਡੇਰੇ ਤੇ। ਜਿੰਨਾ ਸਮਾਨ ਗੁਰੂ ਘਰ ਤੋਂ ਇਹਨਾਂ ਨੇ ਲੁੱਟ ਕੇ ਲਿਆਂਦਾ ਸੀ, ਸਾਰੇ ਦਾ ਸਾਰਾ ਪੁੱਠਾ ਚਕਾਇਆ। ਇਹਨਾਂ ਦੀਆਂ ਮਸ਼ਕਾਂ ਬੰਨੀਆਂ, ਹੱਥ ਪਿੱਛੇ ਬੰਨ੍ਹ ਦਿੱਤੇ, ਦੋਨਾਂ ਦੇ ਜੋੜੇ ਲਵਾ ਦਿੱਤੇ। ਕਹਿਣ ਲੱਗੇ ਸਿਰ ਤੇ ਚੁੱਕੋ ਸਮਾਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਕਰਕੇ ਕਰੋ ਬਾਉੜੀ, ਮੱਥਾ ਟੇਕੋ, ਜਾ ਕੇ ਉੱਥੇ ਮੰਗੋ ਮਾਫੀ, ਕਿਉਂਕਿ ਧਨਾੜ ਤੋਂ ਹਰੇਕ ਹੀ ਡਰਦਾ ਹੈ ਜੀ, ਗਰੀਬ ਦਾ ਤਾਂ ਕੋਈ ਸੁਣਦਾ ਹੀ ਨਹੀਂ। ਉੱਥੇ ਜਦੋਂ ਗਿਆ, ਮੱਖਣ ਸ਼ਾਹ ਦੇ ਲਾ ਕੇ ਅੱਗੇ ਇਹਨਾਂ ਨੂੰ ਵਾਪਸ ਲਿਆਂਦਾ ਗੁਰੂ ਤੇਗ ਬਹਾਦਰ ਸਾਹਿਬ ਕੋਲੇ। ਸਾਰੇ ਦਾ ਸਾਰਾ ਜਿੰਨਾ ਸਮਾਨ ਲੁੱਟ ਕੇ ਲਿਆਂਦਾ ਸੀ ਆ ਕੇ ਮੱਥਾ ਟਿਕਵਾਇਆ, ਮਾਫੀ ਮੰਗਵਾਈ ਇਹਨਾਂ ਤੋਂ। ਤੇ ਕਹਿਣ ਲੱਗੇ, ਮੱਖਣ ਸ਼ਾਹ ਦੇ ਮਨ ਵਿੱਚ ਖੂਨ ਖੌਲ ਗਿਆ। ਕਹਿਣ ਲੱਗੇ ਗੁਰੂ ਸਾਹਿਬ ਮੇਰੇ ਪਿਤਾ ਤੇ ਗੋਲੀ ਚਲਾਉਣ ਵਾਲੇ ਨੂੰ ਮੈਂ ਜਿਉਂਦਾ ਨਹੀਂ ਛੱਡਣਾ। ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕੋ ਬਚਨ ਕਿਹਾ ਸੀ, ਕਹਿਣ ਲੱਗੇ ਪਿਆਰੇ ਬੁਰੇ ਦਾ ਭਲਾ ਕਰ। ਫਰੀਦ ਜੀ ਵੀ ਕਹਿੰਦੇ ਆ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨ ਲੱਗਈ, ਪੱਲੇ ਸਭ ਕੁਛ ਪਾਏ। ਸਭ ਕੁਛ ਹੀ ਪੱਲੇ ਰਹਿੰਦਾ ਹੈ, ਦੇਹੀ ਰੋਗ ਨਹੀਂ ਲੱਗਣਾ ਚਾਹੀਦਾ, ਗੁੱਸਾ ਨਾ ਕਰੀ। ਇਸ ਵਿੱਚ ਆ ਨਹੀਂ ਵੀ ਕਿਸੇ ਨੂੰ ਆਪਾਂ ਕਹਿੰਦੇ ਹਾਂ ਜਾ ਤੈਨੂੰ ਛੱਡ ਦਿੱਤਾ। ਅਸਲ ਵਿੱਚ ਜਿਸ ਬੰਦੇ ਕੋਲੇ ਪਾਵਰ ਹੋਣ ਦੇ ਬਾਵਜੂਦ ਵੀ ਜੇ ਕਿਸੇ ਨੂੰ ਛੱਡਦਾ ਹੈ, ਬਖਸ਼ਣਾ ਤੋਂ ਹੁੰਦਾ ਹੈ, ਤੇ ਜਿਸ ਵਿੱਚ ਕੋਈ ਪਾਵਰ ਹੀ ਨਹੀਂ, ਬਾਲੀ ਨਹੀਂ, ਉਹ ਛੱਡਣ ਦੇ ਇਲਾਵਾ ਹੋਰ ਕਰ ਹੀ ਕੀ ਸਕਦਾ ਹੈ। ਇੱਥੋਂ ਤੱਕ ਜੋ ਵਿਚਾਰ ਸਾਂਝੀ ਸੰਖੇਪ ਮਾਤਰ ਚਰਨਾਂ ਵਿੱਚ ਆਪ ਜੀ ਦੀ ਅਰਜ਼ ਕੀਤੀ ਹੈ। ਇਸ ਤੋਂ ਅੱਗੇ ਗੁਰੂ ਕਿਰਪਾ ਕਰਨ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ ਕੇ ਸਿਰ ਮਹਿਰ ਪਰੇ ਹੱਥ ਧਰ ਕੇ ਆਪ ਹੀ ਬਚਨਾਂ ਦੀ ਵਿਚਾਰ ਕਰਾ ਲੈਣ। ਹੋਈਆਂ ਭੁੱਲਾਂ ਦੀ ਖਿਮਾ, ਗਲਤੀਆਂ ਦੀ ਮਾਫੀ। ਨਾਲ ਹੀ ਨਾਲ ਬੇਨਤੀ ਕੀਤੀ ਜਾਂਦੀ ਹੈ, ਗੁਰੂ ਘਰ ਜਾਂ ਹੋਰ ਕਿਸੇ ਵੀ ਸਥਾਨ ਤੇ ਤੁਸੀਂ ਜਾਣਾ ਹੈ, ਬੇਨਤੀ ਹੈ ਜੀ ਆਪਣੇ ਮੂੰਹ ਨੂੰ ਢੱਕ ਕੇ ਜਾਂ ਮਾਸਕ ਰੂਪੀ ਜਾਂ ਕੱਪੜਾ ਲੈ ਕੇ ਜ਼ਰੂਰ ਜਾਇਆ ਕਰੋ, ਕਿਉਂਕਿ ਸੱਚ ਝੂਠ ਮਾਤਰ ਨਿਸਤਾਰਾ ਪ੍ਰਮਾਤਮਾ ਦੇ ਘਰ ਹੀ ਹੈ। ਕੋਈ ਪਤਾ ਨਹੀਂ ਬਿਮਾਰੀ ਆਦਿਕ ਲੋਕ ਜੇ ਦੇਖਦੇ ਆ, ਸਰਕਾਰ ਲਈ ਕੇਵਲ ਆਪਾਂ ਇੱਕ ਆંકੜਾ ਬਣ ਕੇ ਰਹਿ ਜਾਵਾਂਗੇ ਵੀ ਇੰਨੇ ਇਸ ਹਿੰਦੁਸਤਾਨ ਤੋਂ ਮਰ ਗਏ ਤੇ ਇੰਨੇ ਬਿਮਾਰ ਹੋ ਗਏ। ਸਰਕਾਰ ਲਈ ਆਪਾਂ ਕੇਵਲ ਆંકੜਾ ਹਾਂ। ਜਦੋਂ ਆਪਣੇ ਘਰ ਵੱਲ ਤੱਕਾਂਗੇ, ਆਪਣੇ ਘਰਦਿਆਂ ਲਈ ਆਪਾਂ ਪੂਰੀ ਜ਼ਿੰਦਗੀ ਹਾਂ। ਇਸ ਕਰਕੇ ਜਿੰਨਾ ਪਰਹੇਜ਼ ਹੋ ਸਕੇ ਕਰੋ, ਦੂਰ ਦੂਰ ਹੋ ਕੇ ਬੈਠਿਆ ਕਰੋ ਤੇ ਮੂੰਹ ਤੇ ਸਦਾ ਹੀ ਜੀ ਆਪਣੇ ਕੱਪੜਾ ਰੱਖਿਆ ਕਰੋ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।